ਸਵਾਗਤ ਕਰਦੇ ਹਾਂ ਦੋਸਤੋ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਦੇ ਵਿੱਚ। ਦੋਸਤੋ ਪੁਰਾਣੇ ਖੇਤੀਬਾੜੀ ਢਾਂਚੇ ਦੀ ਗੱਲ ਕਰੀਏ ਤੇ ਅੱਜ ਦੇ ਖੇਤੀਬਾੜੀ ਢਾਂਚੇ ਦੀ ਗੱਲ ਕਰੀਏ ਤਾਂ ਸਾਨੂੰ ਇੱਕ ਬਹੁਤ ਵੱਡਾ ਵਕਫਾ ਦੇਖਣ ਨੂੰ ਮਿਲਦਾ ਹੈ। ਅੱਜ ਕੱਲ੍ਹ ਖੇਤੀਬਾੜੀ ਹਰ ਤਰੀਕੇ ਨਾਲ ਬਦਲ ਚੁੱਕੀ ਹੈ। ਅਸੀਂ ਮਸ਼ੀਨਰੀ ਦੀ ਗੱਲ ਕਰੀਏ, ਅਸੀਂ ਉਤਪਾਦ ਦੀ ਗੱਲ ਕਰੀਏ, ਅਸੀਂ ਵਪਾਰ ਦੀ ਗੱਲ ਕਰੀਏ, ਮੰਡੀਕਰਨ ਦੀ ਗੱਲ ਕਰੀਏ। ਸੋ ਅੱਜ ਜਿਹੜਾ ਸਾਡਾ ਗੱਲਬਾਤ ਦਾ ਵਿਸ਼ਾ ਉਹ ਵਪਾਰ, ਮੰਡੀਕਰਨ, ਲੇਬਲਿੰਗ ਤੇ ਪੈਕਿੰਗ ਨਾਲ ਸੰਬੰਧਿਤ ਹੈ। ਇਸ ਵਿਸ਼ੇ 'ਤੇ ਸਾਡੇ ਨਾਲ ਗੱਲਬਾਤ ਕਰਨਗੇ ਡਾਕਟਰ ਰਮਨਦੀਪ ਸਿੰਘ ਜੀ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸੇਵਾਵਾਂ ਨਿਭਾ ਰਹੇ ਨੇ। ਸੋ ਆਓ ਦੋਸਤੋ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਡਾਕਟਰ ਸਾਹਿਬ ਗੱਲਬਾਤ ਦਾ ਵਿਸ਼ਾ ਜਿਵੇਂ ਸਾਡਾ ਹੈਗਾ, ਅਸੀਂ ਜਿਣਸਾਂ ਤੋਂ ਅਸੀਂ ਉਤਪਾਦ ਤਿਆਰ ਕਰਨੇ ਆ ਅਤੇ ਮੰਡੀਕਰਨ ਵਧੀਆ ਤਰੀਕੇ ਨਾਲ ਅਸੀਂ ਕਿਵੇਂ ਕਰਨਾ ਹੈ ਅਤੇ ਆਮਦਨ ਸਾਡੀ ਵਧਾਉਣੀ ਹੈ ਜੀ। ਸੋ ਇਸ ਸੰਬੰਧ ਦੇ ਵਿੱਚ ਅਸੀਂ ਗੱਲਬਾਤ ਜਿਹੜੀ ਕਰਨੀ ਹੈ ਅਤੇ ਮੈਂ ਸ਼ੁਰੂਆਤ ਕਰੂੰਗਾ ਖੇਤੀ ਵਪਾਰ ਤੋਂ। ਖੇਤੀ ਵਪਾਰ ਨੂੰ ਖੇਤੀ ਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ? ਖੇਤੀਬਾੜੀ ਪ੍ਰੋਡਕਸ਼ਨ ਓਰੀਐਂਟੇਸ਼ਨ ਸੀਗੀ। ਪੈਦਾਵਾਰ ਦੇ ਖੇਤਰ ਦੇ ਵਿੱਚ ਅਸੀਂ ਮੁਹਾਰਤ ਹਾਸਲ ਕੀਤੀ ਪੰਜਾਬ ਨੇ, ਖਾਸ ਕਰਕੇ ਪੰਜਾਬ ਦੇ ਜਿਹੜੇ ਨੌਜਵਾਨ ਜਾਂ ਪੰਜਾਬ ਦੇ ਜ਼ਿਮੀਂਦਾਰ ਪ੍ਰੋਗਰੈਸਿਵ ਫਾਰਮਰਸ ਆ, ਉਹਨਾਂ ਨੇ ਬਹੁਤ ਵੱਡਾ ਆਪਣਾ ਉਹਨਾਂ ਦਾ ਰੋਲ ਸੀਗਾ ਜਿਹੜਾ ਨਿਭਾਇਆ। ਉਸ ਤੋਂ ਬਾਅਦ ਹੁਣ ਅਸੀਂ ਇੱਕ ਖੜੋਤ 'ਤੇ ਆ ਕੇ ਖੜ੍ਹ ਗਏ ਜਿੱਥੇ ਅਸੀਂ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣਾ ਔਰ ਬਾਖੂਬੀ ਪੰਜਾਬ ਦੇ ਜਿਹੜੇ ਨੌਜਵਾਨ ਹੈ, ਨੌਜਵਾਨ ਬੀਬੀਆਂ ਜੀ, ਪ੍ਰੋਗਰੈਸਿਵ ਫਾਰਮਰਸ ਆ ਜਾਂ ਐਗਰੀਪ੍ਰਨਿਓਰਸ ਇੱਕ ਨਵੀਂ ਟਰਮੀਨੋਲੋਜੀ ਹੈ ਜੀ, ਉਹਨਾਂ ਨੇ ਬਾਖੂਬੀ ਮੋਢੇ ਨਾਲ ਮੋਢਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਇੰਸਦਾਨਾਂ ਨਾਲ ਲਾ ਕੇ ਬਾਖੂਬੀ ਉਹਨਾਂ ਨੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦਿੱਤਾ। ਜਿਵੇਂ ਜੇ ਅਸੀਂ ਮੂਲ ਰੂਪ ਦੇ ਵਿੱਚ ਦੇਖੀਏ ਤਾਂ ਉਹਨਾਂ ਨੇ ਲਾਗਤਾਂ ਨੂੰ ਸਮਝ ਕੇ ਲਾਇਆ, ਜਿਣਸ ਪੈਦਾ ਕੀਤੀ, ਫਿਰ ਜਿਣਸ ਨੂੰ ਪਕਾ ਕੇ, ਕਿਉਂਕਿ ਜਿਣਸ ਜਦੋਂ ਸਿੱਧੀ ਵੇਚਦੇ ਆ ਤਾਂ ਉੱਥੇ ਕਿਤੇ ਨਾ ਕਿਤੇ ਮਿਡਲਮੈਨ ਜੀ ਭਾਰੀ ਹੋ ਜਾਂਦਾ। ਸੋ ਉਹਨਾਂ ਨੇ ਜਿਣਸ ਨੂੰ ਪਕਾ ਕੇ ਉਤਪਾਦ ਦੇ ਰੂਪ ਦੇ ਵਿੱਚ ਜਿਹੜੀ ਜਿਣਸ ਹੈ ਨਾ ਉਹ ਖਪਤਕਾਰਾਂ ਦੀ ਝੋਲੀ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਖਪਤਕਾਰ ਦੀ ਜ਼ਰੂਰਤ ਨੂੰ ਸਮਝਿਆ, ਟਰਾਂਸਪੋਰਟੇਸ਼ਨ ਤੇ ਸਟੋਰੇਜ ਨੂੰ ਸਮਝਦਿਆਂ ਹੋਇਆ, ਲੌਜਿਸਟਿਕਸ ਨੂੰ ਸਮਝਦਿਆਂ ਹੋਇਆ, ਢੋਆ ਢੁਆਈ ਤੇ ਭੰਡਾਰੀਕਰਨ ਦੀ ਅਹਿਮੀਅਤ ਨੂੰ ਸਮਝਦਿਆਂ ਹੋਇਆ ਜੀ ਉਹਨਾਂ ਨੇ ਖੇਤੀਬਾੜੀ ਨੂੰ ਖੇਤੀ ਵਪਾਰ ਦਾ ਦਰਜਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਕਾਫਲਾ ਵੱਡਾ ਹੁੰਦਾ ਜਾਂਦਾ। ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰਤ ਹੈ, ਲੱਗਦਾ ਕਿ ਹੋਰ ਇਹ ਕਾਫਲਾ ਸਾਡੇ ਨਾਲ ਹੋਰ ਲੋਕ ਜੁੜਨਗੇ ਤੇ ਕਾਫਲਾ ਹੋਰ ਵੱਡਾ ਲੰਬਾ ਹੁੰਦਾ ਜਾਊਗਾ। ਜੀ ਜੀ ਬਿਲਕੁਲ ਡਾਕਟਰ ਸਾਹਿਬ। ਅਗਲੀ ਗੱਲ ਅਸੀਂ ਕਰੀਏ ਡਾਕਟਰ ਸਾਹਿਬ ਵਪਾਰਕ ਢਾਂਚਾ, ਕਿਉਂਕਿ ਅਸੀਂ ਖੇਤੀ ਵਪਾਰ ਬਾਰੇ ਗੱਲ ਬਿਲਕੁਲ ਕਰ ਰਹੇ ਹਾਂ। ਵਪਾਰਕ ਢਾਂਚਾ ਜਿਹੜਾ ਸਾਡੀ ਖੇਤੀਬਾੜੀ ਦਾ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਉਹਦੇ ਵਿੱਚ ਅਸੀਂ ਕਹਿ ਸਕਦੇ ਵੀ ਕਿਹੜੀਆਂ ਚੀਜ਼ਾਂ ਦਾ, ਕਿਹੜੀਆਂ ਗੱਲਾਂ ਦਾ, ਸ਼ੁਰੂਆਤ ਤੋਂ ਲੈ ਕੇ ਪੈਕਿੰਗ ਤੋਂ ਲੈ ਕੇ ਮੰਡੀਕਰਨ ਤੱਕ ਕਿਹੜੀਆਂ ਗੱਲਾਂ ਦਾ ਸਾਡੇ ਕਿਸਾਨ ਵੀਰਾਂ ਨੂੰ ਧਿਆਨ ਰੱਖਣ ਦੀ ਲੋੜ ਹੈ ਜੀ? ਰਵਿੰਦਰ ਜੀ, ਜੇ ਅਸੀਂ ਢਾਂਚੇ ਦੀ ਗੱਲ ਕਰੀਏ ਤਾਂ ਲਾਗਤਾਂ ਨੂੰ ਸਹੀ ਤਰੀਕੇ ਨਾਲ ਸਮਝ ਕੇ, ਜੁਡੀਸ਼ੀਅਲ ਯੂਜ਼ ਆਫ ਇਨਪੁਟਸ ਬਹੁਤ ਸਿਆਣਪ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਿਕਮੈਂਡੇਸ਼ਨ ਨੂੰ ਸਮਝ ਕੇ ਜਦੋਂ ਤੁਸੀਂ ਲਾਗਤਾਂ ਲਾਉਂਦੇ ਹੋ, ਜਿਣਸ ਪੈਦਾ ਹੁੰਦੀ ਹੈ, ਉਸ ਤੋਂ ਬਾਅਦ ਜਿਣਸ ਨੂੰ ਉਤਪਾਦ ਦੇ ਰੂਪ ਦੇ ਵਿੱਚ ਵੈਲਿਊ ਐਡੀਸ਼ਨ ਕੀਤੀ ਜਾਂਦੀ ਹੈ। ਵੈਲਿਊ ਐਡੀਸ਼ਨ ਤੋਂ ਬਾਅਦ ਖਪਤਕਾਰ ਦੀ ਜ਼ਰੂਰਤ ਨੂੰ ਸਮਝ ਕੇ ਉਹਦਾ ਮੰਡੀਕਰਨ ਕੀਤਾ ਜਾਂਦਾ ਜੀ। ਉਹਦੇ ਵਿੱਚ ਉਹ ਡੋਰ ਟੂ ਡੋਰ ਹੋਮ ਡਿਲੀਵਰੀ ਜਿਹੜੀ ਆ ਉਹ ਵੀ ਸ਼ਾਮਲ ਹੈ। ਉਹਦੇ ਵਿੱਚ ਮੋਬਾਈਲ ਵੈਨਸ ਦੇ ਰਾਹੀਂ ਜ਼ਿਮੀਂਦਾਰ ਭਰਾਵਾਂ ਨੇ ਜਿਹੜੀ ਆ ਉਹ ਮੰਡੀਕਰਨ ਨੂੰ ਸਿੱਧ ਸਹਾਈ ਕੀਤਾ, ਆਪਦੇ ਰਿਟੇਲ ਆਊਟਲੈਟ ਖੋਲ੍ਹੇ ਆ, ਔਨ ਫਾਰਮ ਮਾਰਕੀਟ ਖੋਲ੍ਹੀ ਆ। ਸੋ ਕੁੱਲ ਮਿਲਾ ਕੇ ਇਹ ਵਿਧੀ ਵਿਧਾਨ ਹੈ ਜੀ ਜਿਹਦੇ ਨਾਲ ਤੁਸੀਂ ਮੰਡੀਕਾਰੀ ਦੇ ਉੱਤੇ ਕਾਬਜ਼ ਹੋ ਸਕਦੇ ਹੋ, ਮੰਡੀਕਰਨ ਦੇ ਉੱਤੇ ਕਾਬਜ਼ ਹੋ ਸਕਦੇ ਹੋ। ਪੰਜਾਬ ਨੂੰ ਲੋੜ ਹੈ ਔਨ ਫਾਰਮ ਮਾਰਕੀਟਸ ਦੀ, ਪੰਜਾਬ ਨੂੰ ਲੋੜ ਹੈ ਜਿਣਸਾਂ ਤੋਂ ਉਤਪਾਦ ਤਿਆਰ ਕਰਨ ਵਾਲੇ ਜ਼ਿਮੀਂਦਾਰਾਂ ਦੀ, ਸੈਲਫ ਹੈਲਪ ਗਰੁੱਪਸ ਦੀ, ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨਸ ਦੀ। ਸੋ ਕੁੱਲ ਮਿਲਾ ਕੇ ਇੱਕ ਢਾਂਚਾ ਸਿੱਧ ਸਹਾਈ ਹੋ ਸਕਦਾ ਜੇ ਸਾਰੇ ਰਲ ਕੇ ਇੱਕ ਦੂਜੇ ਦਾ ਹੱਥ ਫੜ ਕੇ। ਹੈਂਡ ਹੋਲਡਿੰਗ ਬਹੁਤ ਇੰਪੋਰਟੈਂਟ ਹੈ ਰਵਿੰਦਰ ਜੀ ਇੱਥੇ। ਜੇ ਸਾਰੇ ਰਲ ਕੇ ਇਉਂ ਚੱਲਣਗੇ ਤਾਂ ਮੈਨੂੰ ਲੱਗਦਾ ਕਿ ਉਹ ਦਿਨ ਦੂਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੇ ਉਤਪਾਦ ਆ ਉਹ ਸੈਲਫ ਹੈਲਪ ਗਰੁੱਪ ਰਾਹੀਂ ਜਾਂ ਪ੍ਰੋਗਰੈਸਿਵ ਜਿਹੜੇ ਫਾਰਮਰਸ ਰਾਹੀਂ ਜਾਂ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ ਰਾਹੀਂ ਖਪਤਕਾਰ ਜਿੰਨੇ ਵੀ ਪੰਜਾਬ ਦੀ ਆਬਾਦੀ ਆ ਉਹਦੇ ਵਿੱਚ ਜਦੋਂ ਅਸੀਂ ਲੋਕਲੀ ਗਰੋਨ ਫੂਡ ਨੂੰ ਪੈਕ ਕਰਕੇ, ਲੇਬਲ ਕਰਕੇ, ਬ੍ਰਾਂਡ ਕਰਕੇ ਵੇਚਾਂਗੇ ਤਾਂ ਕੋਈ ਦੋ ਰਾਏ ਨਹੀਂ ਹੈ। ਖਪਤਕਾਰ ਤਾਂ ਫਾਇਦੇ 'ਚ ਰਹੂਗਾ ਹੀ, ਮੁਨਾਫੇ 'ਚ ਵੀ ਰਹੂਗਾ। ਉਹਦੇ ਨਾਲ ਨਾਲ ਜ਼ਿਮੀਂਦਾਰਾਂ ਦਾ, ਨੌਜਵਾਨ ਸਾਥੀਆਂ ਨੂੰ ਇੰਪਲੋਇਮੈਂਟ ਓਪਰਚੁਨਿਟੀਜ਼ ਮਿਲੂਗੀ, ਉਹਨਾਂ ਦਾ ਵੀ ਮੁਨਾਫੇ ਦੇ ਵਿੱਚ ਇਜ਼ਾਫਾ ਹੋਊਗਾ। ਸਾਡੇ ਕਿਸਾਨ ਵੀਰ, ਆਮ ਕਿਸਾਨ ਵੀਰ ਪਿੰਡਾਂ ਦੇ ਵਿੱਚ ਜਿਹੜੇ ਬੈਠੇ ਆ, ਮਤਲਬ ਮੈਂ ਉਹਨਾਂ ਦੀ ਗੱਲ ਕਰਦਾ ਵੀ ਜਿਹੜੇ ਹਲੇ ਤੱਕ ਤੁਹਾਡੇ ਇਸ ਕਨਸੈਪਟ ਨਾਲ ਨਹੀਂ ਜੁੜੇ ਜਾਂ ਤੁਹਾਡੇ ਬਾਰੇ ਜਿਨ੍ਹਾਂ ਨੂੰ ਪਤਾ ਨਹੀਂ ਹੈ ਨਾ, ਅਤੇ ਉਹਨਾਂ ਬਾਰੇ ਉਹਨਾਂ ਦੇ ਮਨ 'ਚ ਇੱਕ ਡਰ ਹੈ ਜੀ। ਉਹਨਾਂ ਨੂੰ ਇਸ ਕਨਸੈਪਟ ਦਾ ਪਤਾ ਵੀ ਮੰਡੀ ਕਰ ਲੈਣੀ ਚਾਹੀਦੀ। ਤੁਸੀਂ ਵੈਨਸ ਦੀ ਗੱਲ ਕੀਤੀ ਹੈ, ਤੁਸੀਂ ਡੋਰ ਟੂ ਡੋਰ ਪ੍ਰੋਡਕਟ ਦੀ ਗੱਲ ਕੀਤੀ ਹੈ। ਉਹਨਾਂ ਸਾਡੇ ਕਿਸਾਨ ਵੀਰਾਂ ਦਾ ਡਰ ਕਿਵੇਂ ਕੱਢੀਏ ਆਪਾਂ ਵੀ ਉਹ ਇਸ ਪਾਸੇ ਤੁਹਾਡੇ ਵਾਲੇ ਪਾਸੇ ਆ ਜਾਣ? ਦੇਖੋ, ਅਸੀਂ ਤਤਪਰ ਹਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨੁਮਾਇੰਦੇ ਹੋਣ ਦੇ ਨਾਤੇ, ਸਾਡੀ ਸਾਰੀ ਟੀਮ ਤਤਪਰ ਆ ਉਹਨਾਂ ਨੂੰ ਟ੍ਰੇਨ ਕਰਨ ਲਈ।
ਉਹਨਾਂ ਨੂੰ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਜਿਹੜੇ ਹਰੇਕ ਜ਼ਿਲ੍ਹੇ ਦੇ ਵਿੱਚ ਆ ਉੱਥੇ ਉਹਨਾਂ ਨੂੰ ਸੰਪਰਕ ਕਰਨਾ ਪਊਗਾ, ਸੰਪਰਕ ਸਾਧਣਾ ਪਊਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਡਾਇਰੈਕਟੋਰੇਟ ਆਫ ਐਕਸਟੈਂਸ਼ਨ ਐਜੂਕੇਸ਼ਨ ਨਾਲ ਸੰਪਰਕ ਸਾਧਣਾ ਪਊਗਾ। ਸਾਡੇ ਕੋਲੇ ਸਕਿੱਲ ਡਿਵੈਲਪਮੈਂਟ ਸੈਂਟਰ ਆ, ਉਹਦੇ ਨਾਲ ਸੰਪਰਕ ਸਾਧਣਾ ਪਊਗਾ। ਹੋਰ ਸੌਖੇ ਤਰੀਕੇ ਨਾਲ ਸਾਡਾ WhatsApp ਹੈ, ਸਾਡੇ ਸੋਸ਼ਲ ਮੀਡੀਆ ਦੇ ਪੇਜਸ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਵੈਬਸਾਈਟ ਹੈ www.pau.edu। ਉੱਥੇ ਸੰਪਰਕ ਸਾਧ ਕੇ ਸਿਰਫ ਉਹਨਾਂ ਨੇ ਇਹ ਘੋਖਣਾ ਕਿ ਕਿੱਥੇ ਕਿੱਥੇ ਟ੍ਰੇਨਿੰਗ ਲੱਗ ਰਹੀ ਆ ਸਾਡੇ ਆਲੇ ਦੁਆਲੇ। ਜਿੱਥੇ ਉਹ ਟ੍ਰੇਨਿੰਗ ਲੱਗ ਰਹੀ ਆ ਉੱਥੇ ਉਹ ਜੁੜ ਜਾਣ ਨਾਲ, ਉੱਥੇ ਉਹਨਾਂ ਨੂੰ ਸਾਡੇ ਜਿਹੜੇ ਸਾਇੰਸਦਾਨ ਉਹ ਵੀ ਜੁੜਨਗੇ ਉਹਨਾਂ ਦੇ ਨਾਲ ਹਮੇਸ਼ਾ ਲਈ। ਜਿਹੜੇ ਸਾਡੇ ਪਹਿਲਾਂ ਤਿਆਰ ਕੀਤੇ ਹੋਏ ਸਿਖਿਆਰਥੀ ਆ ਨਾ, ਉਹ ਵੀ ਉਸ ਗਰੁੱਪਾਂ ਦੇ ਵਿੱਚ ਬੈਠੇ ਆ, ਉਸ ਸੋਸ਼ਲ ਮੀਡੀਆ ਤੇ ਬੈਠੇ ਆ। ਸੋ ਉਹ ਇੱਕ ਦੂਜੇ ਦੀ ਹੈਂਡ ਹੋਲਡਿੰਗ ਕਰਨਗੇ। ਬਿਲਕੁਲ ਨਾ ਸੰਗੋ, ਸੰਗਣ ਵਾਲੀ ਕੋਈ ਗੱਲ ਨਹੀਂ ਹੈ। ਜਿਸ ਜਿਣਸ ਪੈਦਾ ਕਰਨ ਦੇ ਵਿੱਚ ਨੰਬਰ 1 ਆ ਸਕਦੇ ਆ, ਪੰਜਾਬ ਖਿੱਤਾ ਜਿਹੜਾ ਉਹ ਪਹਿਲੇ ਸੂਬਿਆਂ ਦੇ ਵਿੱਚ ਆ ਸਕਦਾ, ਤਾਂ ਮੰਡੀਕਾਰੀ ਦੇ ਖੇਤਰ ਦੇ ਵਿੱਚ ਵੀ ਅਸੀਂ ਬਹੁਤ ਤੇਜ਼ੀ ਨਾਲ ਅੱਗੇ ਜਾ ਰਹੇ ਹਾਂ। ਸੋ ਉਮੀਦ ਕਰਦਾ ਕਿ ਵੀ ਤੁਸੀਂ ਆਲੇ ਦੁਆਲੇ KVK ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਾਡੇ ਨਾਲ ਸੰਪਰਕ ਸਾਧੋ। ਡੈਫੀਨੇਟਲੀ ਤੁਹਾਨੂੰ ਉਸ ਗੱਲ ਦੇ ਵਿੱਚ ਕੋਈ ਨਾ ਕੋਈ ਮਹਾਰਤ ਹਾਸਲ ਹੋਊਗੀ, ਕੋਈ ਨਾ ਕੋਈ ਫਾਇਦਾ ਹੋਊਗਾ। ਡਾਕਟਰ ਸਾਹਿਬ, ਪੈਕਿੰਗ ਦੀ ਗੱਲ ਜਿਹੜੀ ਮੈਂ ਅਗਲੀ ਕਰਨੀ ਚਾਹੂੰਗਾ ਜੀ, ਪੈਕਿੰਗ ਕਿੰਨੀ ਕੁ ਜ਼ਰੂਰੀ ਹੈ? ਕਿਉਂਕਿ ਅਸੀਂ ਜਿਹੜੇ ਕਿਸਾਨ ਵੀਰ ਨੇ ਸਾਡੇ, ਉਹ ਜਿਹੜੀ ਉਤਪਾਦ ਲੈ ਲੈਂਦੇ ਨੇ, ਉਹਨਾਂ ਕੋਲ ਰੌ ਜਿਹੜਾ ਆ ਜਾਂਦਾ ਜੀ। ਹੁਣ ਇਹਦੇ ਵਿੱਚ ਮੈਂ ਇਸ ਦੀ ਮਹੱਤਤਾ ਤੁਹਾਨੂੰ ਪੁੱਛਣੀ ਚਾਹੂੰਗਾ, ਕਿਉਂਕਿ ਕਈ ਵਾਰੀ ਬੰਦਾ ਕਹਿੰਦਾ ਵੀ ਵੇਚਣ ਨੂੰ ਤਾਂ ਯਾਰ ਐਂ ਵੀ ਲਿਫਾਫੇ 'ਚ ਪਾ ਕੇ ਵੇਚ ਦਈਏ। ਬਿਲਕੁਲ ਕਿੱਡੀ ਕੁ ਗੱਲ ਹੈ, ਚੀਜ਼ ਤਾਂ ਅਸੀਂ ਬਹੁਤ ਵਧੀਆ ਦੇ ਰਹੇ ਹਾਂ। ਪੈਕਿੰਗ ਦੀ ਕੀ ਮਹੱਤਤਾ ਹੈ ਜੀ? ਦੇਖੋ, ਮੰਡੀਕਰਨ ਦੇ ਵਿੱਚ ਜੀ ਸਾਨੂੰ ਕੁੱਲ ਮਿਲਾ ਕੇ ਪ੍ਰੋਡਕਟ ਡਿਵੈਲਪਮੈਂਟ ਤੇ ਉਤਪਾਦ ਕਿਵੇਂ ਤਿਆਰ ਕਰਨਾ, ਉਤਪਾਦ ਤਿਆਰ ਕਰਨ ਦੀ ਜੋ ਤੁਸੀਂ ਮੁਹਾਰਤ ਲੈ ਲੈਂਦੇ ਹੋ, ਉਸ ਉਤਪਾਦ ਨੂੰ ਫਿਰ ਡੱਬਾਬੰਦੀ ਕਿਵੇਂ ਕਰਨੀ ਹੈ। ਕਿਉਂਕਿ ਡੱਬਾਬੰਦੀ ਸਾਡੀ ਇੱਕ ਪ੍ਰੋਟੈਕਸ਼ਨ ਦਾ ਜ਼ਰੀਆ ਹੈ। ਉਸ ਵਸਤੂ ਨੂੰ ਪ੍ਰੋਟੈਕਟ ਕੀਤਾ ਜਾ ਸਕਦਾ, ਡੈਮੇਜ ਤੋਂ ਪ੍ਰੋਟੈਕਟ ਕੀਤਾ ਜਾ ਸਕਦਾ। ਉਹਦੇ ਲੇਬਲ ਦੇ ਉੱਤੇ ਉਹ ਰਿਕੁਇਜ਼ਿਟਸ ਆਫ ਲੇਬਲਿੰਗ ਕਿ ਉਹਦੇ ਵਿੱਚ ਕਿਹੜੇ ਤੱਤ ਆ ਵਸਤੂ ਦੇ ਵਿੱਚ, ਉਸ ਤੱਤਾਂ ਦਾ ਕੀ ਲਾਭ ਹੈ, ਕੀ ਹਾਨੀ ਹੈ, ਉਹਦੇ ਵਿੱਚ ਕੰਪੋਜੀਸ਼ਨ ਕੀ ਹੈ ਉਸ ਤੱਤਾਂ ਦੀ, ਵੱਧ ਤੋਂ ਵੱਧ ਵੇਚਣ ਦੀ ਦਰ ਕੀ ਹੈ, ਇਹ ਵਸਤੂ ਕਦੋਂ ਤਿਆਰ ਕੀਤੀ ਗਈ ਸੀ, ਇਹਦੀ ਖਪਤ ਕਦੋਂ ਤੱਕ ਕਰਨੀ ਹੈ। ਜੇ ਤੁਸੀਂ ਪਹਿਲੇ 3 ਮਹੀਨਿਆਂ ਦੇ ਵਿੱਚ ਖਪਤ ਕਰੋਗੇ ਤਾਂ ਇਹ ਬਿਲਕੁਲ ਤੁਹਾਨੂੰ ਕੋਈ ਨੁਕਸਾਨ ਨਹੀਂ ਦੇਊਗੀ। 3 ਮਹੀਨਿਆਂ ਤੋਂ ਬਾਅਦ ਇਹ ਤੁਹਾਨੂੰ ਕੋਈ ਨੁਕਸਾਨ ਦੇ ਸਕਦੀ ਹੈ। ਉਹ 'ਚ ਕੋਈ ਸਟੈਚੂਟਰੀ ਵਾਰਨਿੰਗ ਹੈ, ਜੇ ਕੋਈ ਰਿਐਕਸ਼ਨ ਹੈ, ਕੋਈ ਅਲਰਜੀ ਹੈ, ਤਾਂ ਉਹ 'ਤੇ ਲਿਖਣਾ ਬਹੁਤ ਜ਼ਰੂਰੀ ਹੈ। ਕਿਉਂਕਿ ਜਦੋਂ ਤੁਸੀਂ ਲੇਬਲ ਦੇ ਉੱਤੇ, ਪੈਕੇਜਿੰਗ ਦੇ ਉੱਤੇ, ਲੇਬਲ ਦੇ ਉੱਤੇ ਇਹ ਚੀਜ਼ ਲਿਖ ਦਿੰਦੇ ਹੋ ਤਾਂ ਮੰਡੀਕਰਨ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਤੁਸੀਂ ਬਰੀ ਹੋ ਜਾਂਦੇ ਹੋ। ਸੋ ਅਸੀਂ ਇਹੋ ਜਿਹੇ ਸਿਧਾਂਤ ਸਿਖਾਉਂਦੇ ਹਾਂ ਕਿ ਪੈਕੇਜਿੰਗ ਕਿਵੇਂ ਕਰਨੀ ਹੈ, ਕਿਹੜਾ ਮਟੀਰੀਅਲ ਯੂਜ਼ ਕਰਨਾ, ਰਿਕੁਇਜ਼ਿਟਸ ਆਫ ਪੈਕੇਜਿੰਗ ਕੀ ਹੈ। ਕਿਉਂਕਿ ਮੰਡੀਕਰਨ ਦੇ ਵਿੱਚ ਇੱਕ ਅਹਿਮ ਸਿਧਾਂਤ ਹੈ, ਜੋ ਦਿਖਦਾ ਉਹੀ ਵਿਕਦਾ। ਸੋ ਜੇ ਜਿਣਸ ਤੋਂ ਪਦਾਰਥ ਤਿਆਰ ਕਰ ਲਏ ਤਾਂ ਪਦਾਰਥ ਨੂੰ ਸਜਾ ਕੇ, ਸਵਾਰ ਕੇ ਖਪਤਕਾਰ ਦੇ ਸਨਮੁਖ ਸਾਨੂੰ ਪੇਸ਼ ਕਰਨਾ ਪਊਗਾ। ਇਹ ਮਹਾਰਤ ਸਾਨੂੰ ਲੈਣੀ ਪਊਗੀ। ਇਹ ਟ੍ਰੇਨਿੰਗ ਦੇ ਜਰੀਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਕਿਸੇ ਵੀ ਵਿਸ਼ੇ ਤੇ ਜਿਹੜੀ ਟ੍ਰੇਨਿੰਗ ਲੱਗਦੀ ਹੈ, ਅਖੀਰਲਾ ਜਿਹੜਾ ਚੈਪਟਰ ਆ ਉਹ ਮੰਡੀਕਰਨ ਦਾ ਹੁੰਦਾ। ਉਹਦੇ ਵਿੱਚ ਇਹੀ ਸਮਝਾਇਆ ਜਾਂਦਾ ਕਿ ਵਸਤੂ ਦੀ ਦਿੱਖ ਕਿਵੇਂ ਵਧੀਆ ਬਣਾਉਣੀ ਹੈ, ਉਹਦੀ ਕੀਮਤ ਕਿਵੇਂ ਤੈਅ ਕਰਨੀ ਹੈ, ਉਹਦੀ ਵੰਡ ਪ੍ਰਣਾਲੀ ਕੀ ਬਣਾਉਣੀ ਹੈ, ਤੇ ਉਹਨੂੰ ਵੱਧ ਤੋਂ ਵੱਧ ਵੇਚਣ ਦੇ ਉਪਰਾਲੇ ਜਿਹੜੇ ਆ ਉਹ ਕਿਹੜੇ ਬਣਾਉਣੇ ਆ, ਤਾਂ ਜੋ ਵਸਤੂ ਵੱਧ ਤੋਂ ਵੱਧ ਚਰਚਾ ਦੇ ਵਿੱਚ ਆਵੇ, ਉਹਦਾ ਪ੍ਰਸਾਰ ਵੀ ਹੋਵੇ, ਉਹਦਾ ਪ੍ਰਚਾਰ ਵੀ ਹੋਵੇ, ਮੁਨਾਫੇ 'ਚ ਇਜ਼ਾਫਾ ਹੋਵੇ। ਕੁੱਲ ਮਿਲਾ ਕੇ ਸਾਰੇ ਜਿਹੜੇ ਸਟੇਕ ਹੋਲਡਰ ਆ ਉਹਨਾਂ ਦੀ ਜੇਬ ਦੇ ਵਿੱਚ ਮੁਨਾਫਾ ਵੰਡ ਕੇ ਜਾਵੇ। ਅੱਜ ਕੱਲ ਜਿਹੜਾ ਟ੍ਰੈਂਡ ਚੱਲ ਰਿਹਾ ਡਾਕਟਰ ਸਾਹਿਬ, ਸੋਸ਼ਲ ਮੀਡੀਆ ਦਾ, ਸੋਸ਼ਲ ਮੀਡੀਆ ਚਾਰੇ ਪਾਸੇ ਅਸੀਂ ਕਹਿ ਸਕਦੇ ਵੀ ਪਾਵਰ ਆ ਸੋਸ਼ਲ ਮੀਡੀਆ ਤੇ ਮੈਂ ਕਹਿੰਦਾ ਵੀ ਜੇ ਸੋਸ਼ਲ ਮੀਡੀਆ ਦੀ ਜਿਹੜੀ ਚੀਜ਼ ਆ ਗਈ ਤੇ ਉਹ ਰਾਤੇ ਰਾਤ ਮੈਂ ਕਹਿੰਦਾ ਵੀ ਫਰਸ਼ ਤੋਂ ਅਰਸ਼ ਤੇ ਵੀ ਚਲੀ ਜਾਂਦੀ ਹੈ ਤੇ ਕਹਿੰਦੇ ਵੀ ਅਰਸ਼ ਤੋਂ ਫਰਸ਼ ਤੇ ਵੀ ਚਲੀ ਜਾਂਦੀ ਹੈ। ਸੋ ਸਾਡੀ ਖੇਤੀਬਾੜੀ ਦੇ ਵਿੱਚ, ਮੰਡੀਕਰਨ ਦੇ ਵਿੱਚ ਤੇ ਹੋਰ ਸਾਡੀ ਆਮਦਨ ਵਧਾਉਣ ਦੇ ਵਿੱਚ ਸੋਸ਼ਲ ਮੀਡੀਆ ਅੱਜ ਕੱਲ੍ਹ ਕਿੰਨਾ ਕੁ ਰੋਲ ਨਿਭਾ ਰਿਹਾ ਤੇ ਨਿਭਾ ਅੱਗੇ ਜਾ ਕੇ ਡਾਕਟਰ ਸਾਹਿਬ ਕਿਵੇਂ ਸਕਦਾ ਜੀ? ਬਿਲਕੁਲ, ਦੇਖੋ ਅੱਜ ਸਮੇਂ ਦੀ ਜ਼ਰੂਰਤ ਹੈ ਜੀ ਕਿ ਮਾਸ ਮੀਡੀਆ ਦਾ ਆਪਣਾ ਰੋਲ ਹੈ। ਜਦੋਂ ਅਸੀਂ ਕੋਈ ਸੁਨੇਹਾ ਸਾਰੀ ਪੰਜਾਬ ਦੀ ਸੰਗਤ ਤੱਕ ਜਾਂ ਸਾਰੇ ਦੇਸ਼ ਦੀ ਸੰਗਤ ਤੱਕ ਪਹੁੰਚਾਉਣਾ ਹੁੰਦਾ ਤਾਂ ਮਾਸ ਮੀਡੀਆ ਦੀ ਵਰਤੋਂ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ ਵੀ ਬਹੁਤ ਅਹਿਮ ਰੋਲ ਨਿਭਾ ਰਿਹਾ। ਸੋ ਜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੋਸ਼ਲ ਮੀਡੀਆ ਨਾਲ ਜ਼ਿਮੀਂਦਾਰ ਰਲ ਕੇ ਚੱਲਣਗੇ ਤਾਂ ਨਵੀਆਂ ਤਕਨੀਕਾਂ, ਨਵੇਂ ਰਾਹ ਜਿਹੜੇ ਉਹ ਜਲਦੀ ਫੜਨਗੇ। ਕਿਉਂਕਿ ਅਸੀਂ ਸੋਸ਼ਲ ਮੀਡੀਆ ਤੇ ਪ੍ਰੈਜ਼ੈਂਟ ਆਪਣੇ ਆਪ ਨੂੰ ਹਮੇਸ਼ਾ ਹੀ ਕਰਦੇ ਰਹਿੰਦੇ ਹਾਂ, ਅਸੀਂ ਦਿਖਾਉਂਦੇ ਰਹਿੰਦੇ ਹਾਂ, ਅਸੀਂ ਸ਼ੋਕੇਸ ਕਰਦੇ ਰਹਿੰਦੇ ਹਾਂ ਕਿ ਆਹ ਨਵੀਂ ਪ੍ਰੋਡਕਟ ਆਈ ਆ, ਆਹ ਨਵੀਂ ਟ੍ਰੇਨਿੰਗ ਲੱਗ ਰਹੀ ਆ, ਇੱਦਾਂ ਤੁਸੀਂ ਇਸ ਵਿਧੀ ਵਿਧਾਨ ਦੇ ਨਾਲ ਵਸਤੂ ਨੂੰ ਘੜ ਸਕਦੇ ਹੋ, ਇਸ ਵਸਤੂ ਨੂੰ ਤੁਸੀਂ ਇੱਥੇ ਮੰਡੀ ਦੇ ਵਿੱਚ ਵੇਚ ਸਕਦੇ ਹੋ। ਵਸਤੂ ਦਾ ਭਾਅ ਜਿਹੜਾ ਵਾ ਉਹ ਘੱਟ ਵੱਧ ਰਿਹਾ, ਤਾਂ ਇਸ ਸਿਸਟਮ ਦੇ ਵਿੱਚ ਘੱਟ ਵੱਧ ਰਿਹਾ, ਕਿਉਂ ਘੱਟ ਰਿਹਾ ਜਾਂ ਕਿਉਂ ਵੱਧ ਰਿਹਾ, ਉਹ ਸਾਰੀਆਂ ਗੱਲਾਂ ਘੋਖੀਆਂ ਜਾਂਦੀਆਂ। ਸਾਡੇ ਨਾਲ ਜਿੰਨੇ ਵੀ ਸੋਸ਼ਲ ਮੀਡੀਆ ਦੇ ਵਿੱਚ ਸਾਡੇ ਟ੍ਰੇਨੀਜ਼ ਜਿਹੜੇ ਆ ਉਹ ਜੁੜੇ ਹੋਏ ਆ, ਜਦੋਂ ਉਹ ਸੋਸ਼ਲ ਮੀਡੀਆ ਤੇ ਆਪਣੇ ਐਕਸਪੀਰੀਐਂਸਿਸ ਸ਼ੇਅਰ ਕਰਦੇ ਆ ਤਾਂ ਜਿਹੜੇ ਨਵੇਂ ਸਿਖਿਆਰਥੀ ਆ ਉਹ ਉਹਨਾਂ ਦੇ ਐਕਸਪੀਰੀਐਂਸਿਸ ਤੋਂ ਵੀ ਲਰਨ ਕਰਦੇ ਆ। ਕਿਉਂਕਿ ਖੇਤੀ ਵਪਾਰ ਜਾਂ ਖੇਤੀਬਾੜੀ ਇੱਕ ਇਹੋ ਜਿਹਾ ਕਿੱਤਾ ਹੈ ਜਿਹਦੇ ਵਿੱਚ ਅਸੀਂ ਦੂਜਿਆਂ ਦੇ ਐਕਸਪੀਰੀਐਂਸਿਸ ਤੋਂ ਜਲਦੀ ਸਿੱਖਦੇ ਹਾਂ। ਲੋਕਲੀ ਗਰੋਨ ਫੂਡ ਆ ਜਿਹੜਾ ਉਹ ਖਪਤਕਾਰਾਂ ਨੂੰ ਕਿਵੇਂ ਫਾਇਦੇਮੰਦ ਹੈ ਇਹ ਵੀ ਦਰਸਾਇਆ ਜਾਂਦਾ, ਤਾਂ ਜੋ ਆਲੇ ਦੁਆਲੇ ਵਾਲੇ ਖਪਤਕਾਰ ਵੀ ਜਿਹੜੇ ਉਹਨਾਂ ਦੇ ਝੁੰਡ ਆ ਉਹ ਸਾਡੇ ਨਾਲ ਰਲ ਜਾਣ, ਜੁੜ ਜਾਣ, ਜਿੱਦਾਂ ਦੀ ਉਹਨਾਂ ਨੂੰ ਜ਼ਰੂਰਤ ਹੈ। ਜੇ ਕਿਸੇ ਨੂੰ
ਅੱਡ ਤਰ੍ਹਾਂ ਦਾ ਸ਼ਹਿਦ ਚਾਹੀਦਾ ਜਾਂ ਜੈਮ, ਜੈਲੀ, ਸਕੁਐਸ਼ ਜਾਂ ਪਿਕਲ ਅਚਾਰ ਚਾਹੀਦਾ ਤਾਂ ਉਹ ਦੱਸਦੇ ਆ ਕਿ ਸਾਡੀ ਆਹ ਜ਼ਰੂਰਤ ਹੈ। ਉਸ ਜ਼ਰੂਰਤ ਦੇ ਅਨੁਸਾਰ ਸਾਡੇ ਸੈਲਫ ਹੈਲਪ ਗਰੁੱਪ ਹੈ ਜਾਂ ਜਿਹੜੇ ਸਾਡੇ ਫਾਰਮਰ ਪ੍ਰੋਡਿਊਸਰ ਕੰਪਨੀਜ਼ ਆ ਜਾਂ ਆਰਗੇਨਾਈਜੇਸ਼ਨਸ ਆ ਜਾਂ ਇਕੱਲੇ ਜਿਹੜੇ ਜ਼ਿਮੀਂਦਾਰ ਇਸ ਖਿੱਤੇ ਦੇ ਵਿੱਚ ਆਏ ਹੋਏ ਆ, ਉਹ ਉਹਨਾਂ ਦੀ ਜ਼ਰੂਰਤ ਨੂੰ ਸਮਝ ਕੇ ਵਸਤੂਆਂ ਘੜਦੇ ਆ ਤੇ ਉਹਦੇ ਨਾਲ ਕੀ ਆ ਕਿ ਆਪਸ ਦੇ ਵਿੱਚ ਨਾਪ ਤੋਲ, ਆਪਸ ਦੇ ਵਿੱਚ ਉਹਨਾਂ ਦਾ ਜਿਹੜਾ ਰਿਸ਼ਤਾ ਉਹ ਸਿੱਧ ਸਹਾਈ ਹੁੰਦਾ। ਇਹੀ ਜੋੜ ਹੈ ਜੀ, ਇਹੀ ਮੰਡੀਕਰਨ ਦਾ ਸਿਧਾਂਤ ਹੈ ਕਿ ਅਸੀਂ ਖਪਤਕਾਰ ਜੋੜਨੇ ਆ, ਤੋੜਨੇ ਨਹੀਂ। ਸੋ ਸੋਸ਼ਲ ਮੀਡੀਆ ਖਪਤਕਾਰ ਜੋੜਨ ਦੇ ਜਿਹੜਾ ਐਡਹੈਸਿਵ ਦੇ ਤੌਰ ਤੇ ਉਹ ਸੋਸ਼ਲ ਮੀਡੀਆ ਕੰਮ ਕਰਦਾ। ਡਾਕਟਰ ਸਾਹਿਬ, ਜਿਵੇਂ ਕਿ ਸਾਨੂੰ ਪਤਾ ਵੀ ਤੁਸੀਂ ਆਪਦੀ ਟੀਮ ਦੇ ਨਾਲ ਬਹੁਤ ਸਾਡੇ ਕਿਸਾਨ ਵੀਰ, ਬੀਬੀਆਂ ਤੇ ਨੌਜਵਾਨਾਂ ਨੂੰ ਤੁਸੀਂ ਆਪਦੇ ਲੜ ਲਾਇਆ ਤੇ ਉਹਨਾਂ ਦੀ ਜਿਹੜੀ ਮੁਨਾਫਾ ਕਹਿ ਸਕਦੇ ਆ ਖੇਤੀ 'ਚੋਂ ਜਿਹੜਾ ਮੁਨਾਫਾ ਨਾ ਉਹਨਾਂ ਨੂੰ ਤੁਸੀਂ ਦੁੱਗਣਾ, ਤਿੱਗਣਾ, ਚੌਗਣਾ, 10 ਗੁਣਾ ਜਿਹੜਾ ਮੈਂ ਕਹਿ ਸਕਦਾ ਕਰ ਦਿੱਤਾ। ਸੋ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਦੇ ਪ੍ਰੋਡਕਟ ਨੇ, ਕਿਸ ਤਰ੍ਹਾਂ ਉਹਨਾਂ ਤੁਹਾਡੇ ਕੋਲ ਆਏ ਤੇ ਕਿਸ ਤਰ੍ਹਾਂ ਉਹਨਾਂ ਨੇ ਆਪਦਾ ਜਿਹੜਾ ਖੇਤੀ 'ਚੋਂ ਮੁਨਾਫਾ ਜਿਹੜਾ ਵਧਾਇਆ, ਉਹ ਥੋੜ੍ਹਾ ਜਿਹਾ ਮੈਂ ਚਾਹੂੰਗਾ ਸਾਡੇ ਕਿਸਾਨ ਵੀਰਾਂ ਨਾਲ ਗੱਲਬਾਤ ਜ਼ਰੂਰ ਸਾਂਝੀ ਕਰੋ ਜੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਜੀ PAU ਕਿਸਾਨ ਕਲੱਬ ਬਹੁਤ ਪੁਰਾਣਾ ਕਲੱਬ ਹੈ ਜੀ, ਜਿੱਥੇ ਜ਼ਿਮੀਂਦਾਰ ਸਾਰੇ ਉਸ ਅੰਬਰੇਲਾ ਦੇ ਥੱਲੇ ਇਕੱਠੇ ਹੋਏ। 1995 ਦੇ ਵਕਤ ਦੀ ਗੱਲ ਆ, 1995 ਵਕਤ ਦੀ ਗੱਲ ਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਰਹਿਨੁਮਾਈ ਕਰ ਰਹੇ ਸਾਡੇ ਵਾਈਸ ਚਾਂਸਲਰ ਸਾਹਿਬ ਡਾਕਟਰ ਅਮਰਜੀਤ ਸਿੰਘ ਖਹਿਰਾ, ਉਹਨਾਂ ਦੀ ਸੋਚ ਦੇ ਤਹਿਤ ਅਸੀਂ ਉਸ PAU ਕਿਸਾਨ ਕਲੱਬ ਦੇ ਵਿੱਚੋਂ ਜਿਹੜੇ ਅੱਡ ਕਮੋਡਿਟੀ ਗਰੁੱਪਸ ਕੱਢੇ। ਸੋ ਕਮੋਡਿਟੀ ਗਰੁੱਪਸ ਜਦੋਂ ਕੱਢੇ ਤਾਂ ਉਹ ਇਕੱਲੇ ਕਮੋਡਿਟੀ ਦੇ ਉੱਤੇ ਨਿਰਭਰ ਸੀ, ਆਧਾਰਿਤ ਸੀਗੇ। ਜਿੱਦਾਂ ਉਦਾਹਰਨ ਦੇ ਰੂਪ ਦੇ ਵਿੱਚ ਪ੍ਰੋਗਰੈਸਿਵ ਬੀ ਕੀਪਰਸ ਐਸੋਸੀਏਸ਼ਨ ਆਈ, ਉੱਥੇ ਅਸੀਂ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬ੍ਰਾਂਡ ਵਿਕਸਿਤ ਕੀਤੇ, ਲੇਬਲਿੰਗ ਕਰਵਾਈ ਬੀ ਕੀਪਰਸ ਦੀ, ਜਿਹੜੀ ਸ਼ਹਿਦ ਦੀ ਜਾਂ ਹੋਰ ਵਸਤੂਆਂ ਦੀ, ਸ਼ਹਿਦ ਦੇ ਰਿਲੇਟਡ ਹੋਰ ਵਸਤੂਆਂ ਦੀ। ਜਦੋਂ ਲੇਬਲਿੰਗ ਕਰਾਈ, ਬ੍ਰਾਂਡਿੰਗ ਕਰਾਈ, ਪੈਕੇਜਿੰਗ ਕਰਾਈ, ਖਪਤਕਾਰਾਂ ਨਾਲ ਉਹਨਾਂ ਦਾ ਜੋੜ ਕੀਤਾ ਤਾਂ ਉਹ ਬਹੁਤ ਸਿੱਧ ਸਹਾਈ ਹੋਇਆ, ਉਹ 'ਚ ਮੁਨਾਫੇ 'ਚ ਇਜ਼ਾਫਾ ਹੋਇਆ। ਉੱਦਾਂ ਹੀ ਅਸੀਂ ਖੁੰਬਾਂ ਵਾਲੇ ਜ਼ਿਮੀਂਦਾਰ ਇਕੱਠੇ ਕਰ ਲਏ, ਉੱਦਾਂ ਹੀ ਅਸੀਂ ਸਬਜ਼ੀਆਂ ਤੇ ਫਲਾਂ ਵਾਲੇ ਜ਼ਿਮੀਂਦਾਰ ਇਕੱਠੇ ਕਰ ਲਏ। ਹੁਣ ਉਹ ਬਾਖੂਬੀ ਜਿਹੜੇ ਕਲੱਬ ਆ ਬਹੁਤ ਵਧੀਆ ਚੱਲ ਰਹੇ ਆ। ਸੋ ਪ੍ਰੋਡਕਟ ਡਿਵੈਲਪਮੈਂਟ ਦੇ ਖੇਤਰ ਦੇ ਵਿੱਚ ਉਹ ਬਹੁਤ ਵਧੀਆ ਕੰਮ ਕਰ ਰਹੇ ਆ। ਜੇ ਉਦਾਹਰਨ ਦੇ ਰੂਪ ਦੇ ਵਿੱਚ ਅਸੀਂ ਸ਼ਹਿਦ ਦੀ ਲਈਏ ਤਾਂ ਸਾਡੇ ਕੋਲੇ ਸਰਦਾਰ ਭੁਪਿੰਦਰ ਸਿੰਘ ਪਟਿਆਲੇ ਤੋਂ ਉਹਨਾਂ ਨੇ ਘੱਟੋ ਘੱਟ 20 ਦੇ ਕਰੀਬ ਵਸਤੂਆਂ ਸ਼ਹਿਦ ਦੇ ਰਿਲੇਟਡ ਪੈਕਿੰਗ ਕਰਕੇ, ਅੱਡ ਤਰ੍ਹਾਂ ਦੀ ਪੈਕਿੰਗ ਕਰਕੇ, ਟੈਡੀ ਬੀਅਰ ਪੈਕ ਕਰਕੇ, ਹਾਫ kg, 1 kg, 250 ਗ੍ਰਾਮ, 100 ਗ੍ਰਾਮ, ਈਵਨ ਉਹਨਾਂ ਨੇ ਸ਼ਹਿਦ ਨੂੰ ਪਾਊਚ ਦੇ ਵਿੱਚ ਪਰੋਸਣ ਦੀ ਕੋਸ਼ਿਸ਼ ਕੀਤੀ। ਸੋ ਕੁੱਲ ਮਿਲਾ ਕੇ ਉਹਨਾਂ ਨੇ ਬ੍ਰਾਂਡਿੰਗ, ਲੇਬਲਿੰਗ ਦੇ ਵਿੱਚ ਮਹਾਰਤ ਹਾਸਲ ਕੀਤੀ। ਇੱਦਾਂ ਹੀ ਜੇ ਅਸੀਂ ਤੜਕਾ ਨਾਮ ਦੀ ਇੱਕ ਪ੍ਰੋਡਕਟ ਸਰਦਾਰ ਜਗਵੰਤ ਸਿੰਘ ਰਾਏ ਮਲੇਰਕੋਟਲਾ ਜ਼ਿਲ੍ਹਾ ਦੇ ਵਿੱਚ ਹੈ, ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਰੈਡੀ ਟੂ ਕੁੱਕ ਤੜਕਾ ਬਣਾਤਾ। ਇੱਦਾਂ ਹੀ ਸਾਡੇ ਕੋਲੇ ਸ਼ਹਿਦ ਦੇ ਨਾਲ ਤੜਕੇ ਦੇ ਨਾਲ ਸਾਡੇ ਕੋਲੇ ਗੁੜ ਤੇ ਸ਼ੱਕਰ ਦੇ ਬਹੁਤ ਵਪਾਰੀ ਆ, ਜਿਨ੍ਹਾਂ ਨੇ ਗੁੜ ਦੀ ਬਹੁਤ ਖੂਬੀ ਵਧੀਆ, ਇੱਕ ਤਾਂ ਪੈਦਾਵਾਰ ਵਧੀਆ ਕੀਤੀ, ਫਿਰ ਉਸ ਤੋਂ ਬਾਅਦ ਸਾਇੰਟੀਫਿਕ ਤਰੀਕੇ ਨਾਲ ਪੈਦਾਵਾਰ ਕੀਤੀ, ਫਿਰ ਉਹਦੀ ਪੈਕੇਜਿੰਗ ਵੀ ਸਾਇੰਟੀਫਿਕ ਤਰੀਕੇ ਨਾਲ ਕੀਤੀ, ਲੇਬਲਿੰਗ, ਬ੍ਰਾਂਡਿੰਗ ਕਰਕੇ ਉਹਨੂੰ ਰਜਿਸਟਰ ਕਰਾ ਕੇ FSSAI ਲੈ ਕੇ ਖਪਤਕਾਰਾਂ ਦੇ ਸਨਮੁਖ ਬਹੁਤ ਵਧੀਆ ਤਰੀਕੇ ਨਾਲ ਪੈਕੇਜਿੰਗ ਜਿਹੜੀ ਆ ਉਹ ਪੇਸ਼ ਕੀਤੀ। ਸ਼ੱਕਰ ਦੇ ਖੇਤਰ ਦੇ ਵਿੱਚ ਈਵਨ ਪਾਊਚ ਬਣਾਤੇ। ਦੇਖੋ ਸਾਡੇ ਕੌਸ਼ਲ ਸਿੰਘ ਨਾਮ ਦੇ ਜ਼ਿਮੀਂਦਾਰ ਨੇ ਪਾਊਚ ਬਣਾਤੇ। ਸਾਡੇ ਹੋਰ ਜ਼ਿਮੀਂਦਾਰਾਂ ਨੇ, ਮਿਸਟਰ ਰੰਧਾਵਾ ਨੇ ਦੁਰਾਹਾ ਦੇ ਵਿੱਚ, ਉਹਨਾਂ ਨੇ ਪਾਊਚ ਬਣਾਇਆ, ਸ਼ਹਿਦ ਦਾ ਪਾਊਚ ਬਣਾਇਆ, ਇੱਦਾਂ ਹੀ ਸ਼ੱਕਰ ਦਾ ਪਾਊਚ ਬਣਾਇਆ। ਸੋ ਉਸ ਪਾਊਚ ਨੂੰ ਅੱਡ ਤਰੀਕੇ ਨਾਲ ਕਿਵੇਂ ਕਿਸ ਖਪਤਕਾਰਾਂ ਦੇ ਝੁੰਡ ਨੂੰ ਵੇਚਣਾ ਉਹਨਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿੱਖਿਆ। ਚਾਹੇ ਉਹ ਪਾਇਲਟ ਪ੍ਰੋਜੈਕਟ ਦੇ ਤਹਿਤ ਉਹਨਾਂ ਨੇ ਹਜੇ ਉਹਦੀ ਸ਼ੁਰੂਆਤ ਕੀਤੀ ਹੈ, ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਨੌਜਵਾਨ ਇਸ ਚੀਜ਼ ਨੂੰ ਅਪਣਾਉਣਗੇ। ਇੱਦਾਂ ਹੀ ਸਾਡੇ ਸਬਜ਼ੀਆਂ ਦੇ ਖੇਤਰ ਦੇ ਵਿੱਚ ਬਾਖੂਬੀ ਪਿਕਲ, ਜੈਮ, ਜੈਲੀਜ਼, ਸਬਜ਼ੀਆਂ ਤੇ ਫਲਾਂ ਦੇ ਖੇਤਰ ਦੇ ਵਿੱਚ ਸਾਡੇ ਕੋਲੇ ਵੜਿੰਗ ਖੇੜਾ ਮੁਕਤਸਰ ਸਾਹਿਬ ਦੇ ਵਿੱਚ ਇੱਕ ਫਾਰਮਰ ਪ੍ਰੋਡਿਊਸਰ ਕੰਪਨੀ ਆ, ਉਹਨਾਂ ਨੇ 21 ਦੇ ਕਰੀਬ ਪ੍ਰੋਡਕਟਸ ਜਿਹੜੀਆਂ ਉਹ ਖਪਤਕਾਰਾਂ ਦੀ ਝੋਲੀ 'ਚ ਪਾਈਆਂ, ਬ੍ਰਾਂਡਿੰਗ, ਲੇਬਲਿੰਗ, ਪੈਕੇਜਿੰਗ ਕਰਕੇ। ਸੋ ਕੁੱਲ ਮਿਲਾ ਕੇ ਉਦਾਹਰਨਾਂ ਬਹੁਤ ਆ ਜੀ, ਸਮਾਂ ਦੀ ਥੋੜ ਹੋਣ ਕਰਕੇ ਮੈਂ ਇੰਨੀਆਂ ਕੁ ਉਦਾਹਰਨਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ, ਸਿਰਫ ਇਸ ਕਰਕੇ ਸਾਂਝੀਆਂ ਕੀਤੀਆਂ ਆਪਾਂ ਇਹ ਉਦਾਹਰਨਾਂ ਨੂੰ ਦੁਹਰਾਇਆ ਤਾਂ ਜੋ ਨੌਜਵਾਨ ਜਿਹੜੇ ਸੁਣ ਰਹੇ ਆ ਉਹ ਇਹ ਸੋਚਣ ਕਿ ਜੇ ਇਹ ਉਦਾਹਰਨਾਂ ਹੋ ਸਕਦੀਆਂ ਤਾਂ ਅਸੀਂ ਵੀ ਕਿਸੇ ਨਾ ਕਿਸੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਹੜੇ ਦੇ ਵਿੱਚ ਆ ਕੇ ਟ੍ਰੇਨਿੰਗ ਲੈ ਕੇ ਆਪਣੇ ਜਿਹੜੇ ਜਿਣਸਾਂ ਤੋਂ ਪਦਾਰਥ ਬਣਾ ਕੇ ਸਿੱਧ ਸਹਾਈ ਕਰ ਸਕਦੇ ਹਾਂ, ਆਪਣੇ ਆਪ ਨੂੰ ਵੀ ਮੁਨਾਫੇ 'ਚ ਇਜ਼ਾਫਾ ਵੀ ਕਰ ਸਕਦੇ ਜੀ। ਡਾਕਟਰ ਸਾਹਿਬ, ਤੁਸੀਂ ਗੱਲ ਕੀਤੀ 2-3 ਵਾਰੀ ਵੀ ਹੱਥ ਨਾਲ ਹੱਥ ਫੜ ਕੇ ਜੇ ਚੱਲਾਂਗੇ ਤਾਂ ਅਸੀਂ ਬਹੁਤ ਅੱਛੇ ਮੁਨਾਫੇ 'ਚ ਜਿਹੜਾ ਰਵਾਂਗੇ ਜੀ। FPO ਦੀ ਵੀ ਤੁਸੀਂ ਗੱਲ ਕੀਤੀ ਹੈ। ਸੋ FPO ਜਾਂ ਕਹਿ ਸਕਦੇ ਆ ਸੈਲਫ ਹੈਲਪ ਗਰੁੱਪਸ, ਉਹ ਕਿਸ ਤਰੀਕੇ ਨਾਲ ਸਾਨੂੰ ਸਹਾਈ ਹੁੰਦੇ ਨੇ ਜੀ? ਦੇਖੋ ਜਿਹੜਾ ਖੇਤੀਬਾੜੀ ਤੇ ਖੇਤੀ ਵਪਾਰ ਦਾ ਵਿਸ਼ਾ ਨਾ ਜੀ,
ਇਹਦੇ ਵਿੱਚ ਕਿਉਂਕਿ ਪੈਰਾਮੀਟਰ ਬਹੁਤ ਹੁੰਦੇ ਆ ਜੀ, ਤੁਸੀਂ ਏਜੰਟਸ ਵੀ ਪੈਦਾ ਕਰਨੀ ਆ, ਤੁਸੀਂ ਉਤਪਾਦ ਵੀ ਤਿਆਰ ਕਰਨੇ ਆ, ਤੁਸੀਂ ਉਹਦਾ ਮੰਡੀਕਰਨ ਵੀ ਕਰਨਾ, ਤੁਸੀਂ ਖਪਤਕਾਰ ਦੀ ਜ਼ਰੂਰਤ ਨੂੰ ਵੀ ਸਮਝਣਾ, ਤੁਸੀਂ ਟਰਾਂਸਪੋਰਟ ਦੇ ਵਿੱਚ ਵੀ ਆਪਣੇ ਆਪ ਨੂੰ ਉਤਾਰਨਾ, ਤੁਸੀਂ ਸਟੋਰੇਜ ਕੈਪੈਸਿਟੀਜ਼ ਵੀ ਬਿਲਡ ਕਰਨੀਆਂ। ਸੋ ਕੁੱਲ ਮਿਲਾ ਕੇ ਇਹ ਗੱਲ ਦੇ ਵਿੱਚ ਸਾਨੂੰ ਅੱਡ-ਅੱਡ ਪਲੇਅਰਸ ਦੀ ਲੋੜ ਹੈ ਜੀ। ਇਹ ਇੱਕ ਟੀਮ ਗੇਮ ਹੈ। ਟੀਮ ਗੇਮ ਦੇ ਤਹਿਤ ਜਿੰਨਾ ਅਸੀਂ ਕਲੈਕਟਿਵ ਬਾਰਗੇਨਿੰਗ ਤੇ ਪਹਿਰਾ ਦੇਵਾਂਗੇ, ਜਿੰਨਾ ਅਸੀਂ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦੀ ਕੋਸ਼ਿਸ਼ ਕਰਾਂਗੇ, ਹੈਂਡ ਹੋਲਡਿੰਗ ਕਰਾਂਗੇ, ਮੰਨ ਕੇ ਚੱਲੋ ਕਿ ਉਹਨਾਂ ਮੁਨਾਫੇ 'ਚ ਇਜ਼ਾਫਾ ਹੋਊਗਾ, ਜਿਣਸ ਆਰੇ ਲੱਗੂਗੀ, ਖਪਤਕਾਰ ਵੱਧ ਤੋਂ ਵੱਧ ਜੁੜਨਗੇ। ਕਿਉਂਕਿ ਖਪਤਕਾਰਾਂ ਦੇ ਵੀ ਝੁੰਡ ਅਸੀਂ ਬਣਾਏ ਆ ਜੀ। ਖਪਤਕਾਰਾਂ ਦੇ ਜਿਹੜੇ ਕਲੱਬ ਹੈ ਉਹ ਦੱਸਦੇ ਆ ਕਿ ਸਾਨੂੰ ਕਿਸ ਪਦਾਰਥ ਨੂੰ ਕਿਸ ਤਰੀਕੇ ਨਾਲ ਅਸੀਂ ਕੰਜ਼ਿਊਮ ਕਰਨਾ, ਉਸ ਤਰੀਕੇ ਨਾਲ ਉਸ ਵਿਧੀ ਵਿਧਾਨ ਦੇ ਵਿੱਚ ਸੈਲਫ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਕੰਪਨੀਜ਼ ਜਿਹੜੀਆਂ ਵਾ ਉਹਨਾਂ ਨੂੰ ਸਿੱਖ ਕੇ ਉਹ ਵਸਤੂ ਨੂੰ ਘੜਦੀਆਂ। ਸੋ ਹੈਂਡ ਹੋਲਡਿੰਗ ਇੱਕ ਬਹੁਤ ਇੰਪੋਰਟੈਂਟ ਵਿਸ਼ਾ ਜੀ। ਕਲੈਕਟਿਵ ਬਾਰਗੇਨਿੰਗ ਤੇ ਹੈਂਡ ਹੋਲਡਿੰਗ ਇੱਕ ਬਹੁਤ ਇੰਪੋਰਟੈਂਟ ਵਿਸ਼ਾ ਖੇਤੀ ਵਪਾਰ ਦੇ ਵਿੱਚ। ਜੇ ਅਸੀਂ ਇੱਕ ਦੂਜੇ ਨਾਲ ਹੱਥ ਮਿਲਾ ਕੇ ਚੱਲਾਂਗੇ ਤਾਂ ਡੈਫੀਨੇਟਲੀ ਮੁਨਾਫੇ 'ਚ ਇਜ਼ਾਫਾ ਵੀ ਹੋਊਗਾ, ਖਪਤਕਾਰ ਜਿਹੜੇ ਆ ਉਸ ਪ੍ਰੋਡਕਟ ਤੋਂ ਸੰਤੁਸ਼ਟ ਰਹਿਣਗੇ। ਜੇ ਅਸੀਂ ਇਸ ਗੱਲ ਤੋਂ ਗੌਲਿਆਂ ਹੋ ਜਾਾਂਗੇ, ਕਿਸੇ ਤਰੀਕੇ ਨਾਲ ਇਸ ਗੱਲ ਤੇ ਪਹਿਰਾ ਨਹੀਂ ਦੇਵਾਂਗੇ ਤਾਂ ਡੈਫੀਨੇਟਲੀ ਕਿਤੇ ਨਾ ਕਿਤੇ ਸਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ। ਸੋ ਜਿੰਨੀਆਂ ਵੀ ਸੈਲਫ ਹੈਲਪ ਗਰੁੱਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬੈਨਰ ਦੇ ਤਹਿਤ ਜਾਂ ਸਾਡੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਤਹਿਤ ਜਾਂ ਸਾਡੇ ਅਲਾਈਡ ਜਿੰਨੇ ਵੀ ਐਗਰੀਕਲਚਰ ਮਹਿਕਮੇ ਆ ਜਾਂ ਹੋਰ ਮਹਿਕਮੇ ਅਲਾਈਡ ਜਿੰਨੇ ਖੇਤੀਬਾੜੀ ਸੰਬੰਧਿਤ, ਉਹਨਾਂ ਨੇ ਸੈਲਫ ਹੈਲਪ ਗਰੁੱਪ ਤੇ ਫਾਰਮਰ ਪ੍ਰੋਡਿਊਸਰ ਕੰਪਨੀ ਆਪਣੇ ਖਿੱਤੇ 'ਚ ਬਣਾਈਆਂ। ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਇਹ ਜਿਹੜਾ ਦਾਰੋਮਦਾਰ ਆ FPCs FPOs ਤੇ ਸੈਲਫ ਹੈਲਪ ਗਰੁੱਪ ਦਾ ਇਹ ਹੋਰ ਜਿਹੜਾ ਇਹਦਾ ਫਲਾਹ ਹੋਊਗਾ ਤੇ ਉਹਦੇ ਨਾਲ ਅਸੀਂ ਕਿਤੇ ਨਾ ਕਿਤੇ ਕਾਰਪੋਰੇਟ ਜਗਤ ਨੂੰ ਜਾਂ ਜਿਹੜਾ ਆਰਗੇਨਾਈਜ਼ਡ ਵਪਾਰ ਹੈ ਉਹਨੂੰ ਅਸੀਂ ਚੁਣੌਤੀ ਦੇ ਸਕਦੇ ਹਾਂ, ਉਹਦਾ ਅਸੀਂ ਮੁਕਾਬਲਾ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ, ਜਿਵੇਂ ਖੇਤੀ ਵਪਾਰ ਜੀ ਤੇ ਜਿਹੜੀ ਖੇਤੀਬਾੜੀ ਜਿਹਨੂੰ ਅਸੀਂ ਪ੍ਰੋਡਕਸ਼ਨ ਨੂੰ ਕਹਿ ਲਈ ਗੱਲ ਕਿ ਰॉ ਜਿਹੜੀ ਪ੍ਰੋਡਕਸ਼ਨ ਉਹਦੀ ਸਾਡੇ ਕੋਲੇ ਇਹਦੇ ਵਿੱਚ ਥੋੜਾ ਜਿਹਾ ਮੈਂ ਕਹਿ ਸਕਦਾ ਵਾ ਵੀ ਡਿਫਰੈਂਸ ਹੈ। ਠੀਕ ਹੈ ਜੀ। ਸਾਡੇ ਕਿਸਾਨ ਵੀਰਾਂ ਨੇ ਖੇਤੀ ਵਪਾਰ ਵੱਲ ਆਉਣਾ ਜੀ, ਉਹਨਾਂ ਨੇ ਲੇਬਲਿੰਗ ਵੱਲ ਆਉਣਾ ਜੀ, ਉਹਨਾਂ ਨੇ ਪੈਕਿੰਗ ਵੱਲ ਆਉਣਾ ਜੀ। ਕਿਸ ਤਰ੍ਹਾਂ ਦੀ ਜਿਹੜੀ ਟ੍ਰੇਨਿੰਗ ਹੈ ਸਾਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਿਹੜੀ ਉਪਲਬਧ ਕੀਤੀ ਜਾਂਦੀ ਹੈ, ਉਹ ਟ੍ਰੇਨਿੰਗਸ ਬਾਰੇ ਥੋੜਾ ਜਿਹਾ ਸਾਡੇ ਕਿਸਾਨ ਵੀਰਾਂ ਨੂੰ ਦੱਸ ਦਿਓ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਟ੍ਰੇਨਿੰਗਸ ਨੇ ਇਸ ਦਿੱਤੀਆਂ ਜਾਣਗੀਆਂ ਤੇ ਇਹਨਾਂ ਦੇ ਫਾਇਦੇ ਜਿਹੜੇ ਉਹ ਕਿਵੇਂ ਹੋਣਗੇ? ਦੇਖੋ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅੱਡ-ਅੱਡ ਵਿਸ਼ਿਆਂ ਤੇ ਟ੍ਰੇਨਿੰਗ ਜਿਹੜੇ ਕੋਰਸਿਸ ਆ ਉਹ ਲਾਉਂਦੇ ਆ। ਜਿੱਦਾਂ ਜੇ ਸ਼ਹਿਦ ਦੇ ਖੇਤਰ ਦੇ ਵਿੱਚ ਬੀ ਕੀਪਰਸ ਦੀ ਟ੍ਰੇਨਿੰਗ ਲੱਗਦੀ ਆ ਤਾਂ ਉਹਦੇ ਵਿੱਚ ਬੀ ਕੀਪਿੰਗ ਨੂੰ ਕਿੱਦਾਂ ਅਪਣਾਉਣਾ ਹੈ, ਸ਼ਹਿਦ ਕਿੱਦਾਂ ਪੈਦਾ ਕਰਨਾ, ਫਿਰ ਉਹ ਤੋਂ ਪਦਾਰਥ ਕਿਵੇਂ ਤਿਆਰ ਕਰਨੇ ਆ, ਉਹਨਾਂ ਦਾ ਮੰਡੀਕਰਨ ਕਿਵੇਂ ਕਰਨਾ, ਉਹ ਪੂਰੀ ਕੰਪਲੀਟ ਵੈਲਿਊ ਚੇਨ ਦੇ ਉੱਤੇ ਟ੍ਰੇਨਿੰਗ ਹੁੰਦੀ ਹੈ। ਇੱਦਾਂ ਹੀ ਜੇ ਖੁੰਭਾਂ ਦੀ ਟ੍ਰੇਨਿੰਗ ਲੱਗਦੀ ਆ ਉਹਦੇ ਵਿੱਚ ਮੰਡੀਕਰਨ ਦਾ ਵਿਸ਼ਾ ਹੁੰਦਾ, ਉਹਦੇ ਵਿੱਚ ਖੁੰਭਾਂ ਕਿਵੇਂ ਪੈਦਾ ਕਰਨੀ ਆ ਤਕਨੀਕੀ ਤੌਰ ਤੇ, ਫਿਰ ਉਸ ਖੁੰਭਾਂ ਨੂੰ ਉਗਾ ਕੇ ਉਹਨਾਂ ਤੋਂ ਕਿਹੜੇ ਪਦਾਰਥ ਬਣ ਸਕਦੇ ਆ, ਫਿਰ ਉਸ ਪਦਾਰਥਾਂ ਨੂੰ ਕਿਵੇਂ ਪੈਕ ਕਰਨਾ, ਕਿਵੇਂ ਲੇਬਲ ਕਰਨਾ, ਕਿਵੇਂ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਤੋਂ ਲਾਇਸੈਂਸ ਲੈਣਾ, ਕਿਵੇਂ ਐਗ ਮਾਰਕ ਤੋਂ ਲਾਇਸੈਂਸ ਲੈਣਾ, ਉਹ ਸਾਰੀਆਂ ਗੱਲਾਂ ਵਿਧੀ ਵਿਧਾਨ ਦੇ ਜਿਹੜੀਆਂ ਸਿਖਾਈਆਂ ਜਾਂਦੀਆਂ। ਇੱਦਾਂ ਹੀ ਜੇ ਤੁਸੀਂ ਕਹਿ ਲਓ ਕਿ ਆਇਲ ਸੀਡ ਬੇਸਡ ਕ੍ਰੌਪ ਗਰੋਅਰਜ਼ ਐਸੋਸੀਏਸ਼ਨ ਵੀ ਬਣ ਚੁੱਕੀ ਆ, ਸੋਇਆ ਪ੍ਰੋਸੈਸਰਸ ਐਂਡ ਗਰੋਅਰਜ਼ ਐਸੋਸੀਏਸ਼ਨ ਬਣ ਚੁੱਕੀ ਆ। ਸੋ ਕੋਈ ਵੀ ਫਸਲ ਹੋਵੇ, ਕੋਈ ਵੀ ਜਿਣਸ ਹੋਵੇ, ਉਹਦੀ ਟ੍ਰੇਨਿੰਗ ਲੱਗਦੀ ਆ। ਜਦੋਂ ਉਹਦੀ ਟ੍ਰੇਨਿੰਗ ਲੱਗਦੀ ਆ ਤਾਂ ਕੰਪਲੀਟ ਵੈਲਿਊ ਚੇਨ ਕਿ ਕਿਵੇਂ ਲਾਗਤਾਂ ਤੋਂ ਲੈ ਕੇ ਖਪਤਕਾਰ ਤੱਕ ਅਸੀਂ ਇਹ ਲਿੰਕ ਬਣਾਉਣਾ, ਅਸੀਂ ਲਿੰਕੇजेस ਡਿਵੈਲਪ ਕਰਨੇ ਆ। ਕਿਉਂਕਿ ਜਦੋਂ ਲਾਗਤਾਂ ਤੋਂ ਲੈ ਕੇ ਖਪਤਕਾਰ ਤੱਕ ਤੁਸੀਂ ਲਿੰਕ ਡਿਵੈਲਪ ਕਰ ਲੈਂਦੇ ਹੋ ਨਾ ਰਵਿੰਦਰ ਜੀ, ਫਿਰ ਉਹਦੇ ਨਾਲ ਮੁਨਾਫੇ 'ਚ ਇਜ਼ਾਫਾ ਤਾਂ ਬਹੁਤ ਪੱਕਾ ਹੈ ਜੀ। ਉਹਦੇ ਨਾਲ ਇੰਪਲੋਇਮੈਂਟ ਜਨਰੇਸ਼ਨ ਹੁੰਦੀ ਹੈ, ਕਿਉਂਕਿ ਅੱਜ ਸਮੇਂ ਦੀ ਜ਼ਰੂਰਤ ਹੈ ਕਿ ਪਿੰਡਾਂ ਦੇ ਵਿੱਚ ਨੌਜਵਾਨ ਉਧਰੇ ਜੇ ਪਏ ਆ ਜੀ, ਉਹਨਾਂ ਨੂੰ ਜੋੜਨ ਦੀ ਖਾਤਰ ਇਹ ਵੈਲਿਊ ਚੇਨ ਹੀ, ਫੂਡ ਵੈਲਿਊ ਚੇਨ ਹੀ ਇੱਕ ਇਹੋ ਜਿਹਾ ਜ਼ਰੀਆ ਟ੍ਰੇਨਿੰਗਾਂ ਦੇ ਵਿੱਚ ਸਿਖਾਇਆ ਜਾਂਦਾ। ਕਿਵੇਂ ਜੇ ਤੁਸੀਂ ਸੋਇਆ ਪੈਦਾ ਕਰਕੇ, ਸੋਇਆਬੀਨ ਦੀ ਫਸਲ ਪੈਦਾ ਕਰਕੇ ਉੱਤੋਂ 16-17 ਤਰ੍ਹਾਂ ਦੇ ਅੱਡ-ਅੱਡ ਪ੍ਰੋਡਕਟਸ ਬਣਾ ਕੇ ਐਸੋਸੀਏਸ਼ਨ ਦੇ ਤਹਿਤ ਉਸ ਪ੍ਰੋਡਕਟਸ ਨੂੰ ਖਪਤਕਾਰਾਂ ਤੱਕ ਪਹੁੰਚਾ ਕੇ ਫਿਰ ਤੁਸੀਂ ਇੰਪਲੋਇਮੈਂਟ ਜਨਰੇਟ ਕਰਕੇ ਤੁਹਾਨੂੰ ਖੁਸ਼ੀ ਪ੍ਰਾਪਤ ਹੁੰਦੀ ਹੈ ਕਿ ਤੁਸੀਂ ਆਪਣੇ ਮੁਨਾਫੇ 'ਚ ਤਾਂ ਇਜ਼ਾਫਾ ਕੀਤਾ ਹੀ ਕੀਤਾ, ਨਾਲ ਆਲੇ ਦੁਆਲੇ ਇੰਪਲੋਇਮੈਂਟ ਜਨਰੇਟ ਕੀਤੀ ਹੈ। ਸੋ ਟ੍ਰੇਨਿੰਗ ਦੇ ਖੇਤਰ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਹਰ ਤਰ੍ਹਾਂ ਦੀ ਟ੍ਰੇਨਿੰਗ ਲਾਉਂਦੀ ਹੈ, ਹਰੇਕ ਜਿਣਸ ਨਾਲ ਰਿਲੇਟਡ ਟ੍ਰੇਨਿੰਗ ਲੱਗਦੀ ਹੈ। ਉਹ ਕੰਪਲੀਟ ਵੈਲਿਊ ਚੇਨ ਦੀ ਟ੍ਰੇਨਿੰਗ ਹੁੰਦੀ ਹੈ, ਪੈਦਾਵਾਰ ਤੋਂ ਲੈ ਕੇ ਖਪਤਕਾਰ ਤੱਕ ਕਿਵੇਂ ਅਪੜਨਾ, ਉਹਦੇ ਵਿੱਚ ਬਾਖੂਬੀ ਉਹਨਾਂ ਨੂੰ ਦਰਸਾਇਆ ਜਾਂਦਾ। ਸੋ ਇਹ ਸਨ ਸਾਡੇ ਨਾਲ ਡਾਕਟਰ ਰਮਨਦੀਪ ਸਿੰਘ ਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ। ਡਾਕਟਰ ਸਾਹਿਬ ਨੇ ਆਪਾਂ ਨੂੰ ਬਹੁਤ ਹੀ ਵਧੀਆ ਤੇ ਲਾਹੇਵੰਦ ਗੱਲਾਂ ਜਿਹੜੀਆਂ ਦੋਸਤੋ ਦੱਸੀਆਂ ਨੇ। ਮੇਨ ਗੱਲ ਜਿਹੜੀ ਡਾਕਟਰ ਸਾਹਿਬ ਨੇ ਕਹੀ ਹੈ, ਮੁੱਢਲੀ ਗੱਲ ਜਿਹੜੀ ਕਹੀ ਹੈ ਵੀ ਸਾਨੂੰ ਇਕੱਠੇ ਹੋ ਕੇ ਚੱਲਣਾ ਪੈਣਾ ਤੇ ਸਾਨੂੰ ਵਪਾਰਕ ਤੌਰ ਤੇ ਖੇਤੀ ਨੂੰ ਜਿਹੜਾ ਅੱਗੇ ਲੈ ਕੇ ਜਾਣ ਦੀ ਲੋੜ ਹੈ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਬਹੁਤ ਜਿਹੜੀਆਂ ਇੰਪੋਰਟੈਂਟ ਗੱਲਾਂ ਜਿਹੜੀਆਂ ਬਹੁਤ ਵਧੀਆ ਗੱਲਾਂ ਜਿਹੜੀਆਂ ਸਾਡੇ ਕਿਸਾਨ ਵੀਰਾਂ ਨੂੰ ਦੱਸੀਆਂ ਨੇ। ਕਿਸਾਨ ਵੀਰੋ ਤੁਹਾਡਾ ਹੀ ਬਹੁਤ ਧੰਨਵਾਦ। भारत सरकार का हर प्रयास किसानों को दे रहा है एक नई आस। देश के किसानों की खुशहाली और उन्हें आत्मनिर्भर बनाने के लिए भारत सरकार समर्पित है। प्रधानमंत्री श्री नरेंद्र मोदी जी के नेतृत्व में
कृषि क्षेत्र में किए गए निरंतर प्रयासों के फलस्वरूप देश खाद्यान्न व बागवानी के क्षेत्र में आत्मनिर्भर हो चुका है और देश में दलहन का उत्पादन भी बढ़ा है। इसी तरह भारत सरकार ने खाद्य तेलों के उत्पादन को बढ़ाने के भी अनेक प्रयास किए हैं। इसी क्रम को आगे बढ़ाते हुए माननीय प्रधानमंत्री श्री नरेंद्र मोदी जी के नेतृत्व में भारत सरकार ने दूरदर्शी निर्णय लेते हुए राष्ट्रीय खाद्य तेल मिशन ऑयल पाम की शुरुआत की है। इस मिशन से देश भर के किसानों को बहुत लाभ मिलेगा। कृषि के पूंजी निवेश में वृद्धि होगी, खाद्य तेल आयात पर देश की निर्भरता कम होगी और रोजगार के नए अवसर पैदा होंगे। खाने के तेल में आत्मनिर्भरता के लिए अब राष्ट्रीय खाद्य तेल मिशन ऑयल पाम का संकल्प लिया गया है। इससे किसानों को तो सीधा लाभ होगा ही, गरीब और मध्यम वर्ग के परिवारों को सस्ता और अच्छी क्वालिटी का तेल भी मिलेगा। यही नहीं, ये मिशन बड़े स्तर पर रोजगार का निर्माण करेगा। इस मिशन के अंतर्गत ऑयल पाम का रकबा और पैदावार बढ़ाने पर जोर देने के लिए सरकार ने 11,000 करोड़ रुपए से अधिक की सहायता राशि निर्धारित की है। मिशन के तहत सरकार ने ऑयल पाम की खेती के लिए रोपण आदि की सहायता में बढ़ोतरी करते हुए पहले मिलने वाले 12,000 रुपए प्रति हेक्टेयर को बढ़ाकर 29,000 रुपए प्रति हेक्टेयर तक कर दिया है। ऑयल पाम के पुराने बागों के पुनरुद्धार के लिए 250 रुपए प्रति पौधा के हिसाब से विशेष सहायता दी जा रही है। पौधारोपण सामग्री की कमी दूर करने और बीजों की पैदावार करने वाले बागों को भी सहायता दी जाएगी। इसके तहत 15 हेक्टेयर ऑयल पाम उद्यान के लिए 80 लाख रुपए तक की सहायता राशि दी जाएगी। इसके अलावा नर्सरी विकास के लिए 40 लाख रुपए तक तय किए गए हैं। पूर्वोत्तर और अंडमान राज्यों के लिए विशेष सहायता का भी प्रावधान है। ऑयल पाम के किसान ताजे फलों के गुच्छे यानी FFB का उत्पादन करते हैं, जिनकी वर्तमान में कीमतें अंतर्राष्ट्रीय मूल्यों में उतार चढ़ाव के आधार पर तय होती हैं। पहली बार केंद्र सरकार ताजे फलों के गुच्छे की कीमत के लिए किसानों को आश्वासन दे रही है। ये व्यवहार्यता मूल्य यानी VP कहलाएगा, यानी किसानों को कोई घाटा नहीं होने दिया जाएगा। व्यवहार्यता मूल्य VP तय करने की शुरुआत 1 नवंबर से होगी और अगले वर्ष 31 अक्टूबर तक जारी रहेगी। इसे ऑयल पाम वर्ष कहा जाएगा। इस योजना के तहत वर्ष 2025-26 तक ऑयल पाम का रकबा 6.5 लाख हेक्टेयर सृजित करने और कच्चे ऑयल पाम की पैदावार वर्ष 2025-26 तक 11.20 लाख टन पहुंचाने का लक्ष्य निर्धारित किया गया है। सरकार के इस महत्वपूर्ण निर्णय से देश में ऑयल पाम की खेती करने वाले किसानों में विश्वास पैदा होगा और वे खेती का रकबा बढ़ाएंगे। इस तरह पाम ऑयल का उत्पादन भी बढ़ेगा, जिससे किसानों की आय बढ़ेगी और ग्रामीण अर्थव्यवस्था भी सुदृढ़ होगी।